ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾ। ਖੋਜਿਤ ਖੋਜਿਤ ਮੈਂ ਫਿਰਾ ਖੋਜੋ ਬਨ ਥਾਨ। ਹੇ ਭਾਈ, ਮੈਂ ਵੇਦਾਂ ਨੂੰ ਖੋਜਦਿਆਂ, ਸ਼ਾਸਤਰਾਂ ਨੂੰ ਖੋਜਿਤ ਕਹੀਏ ਖੋਜਦਿਆਂ, ਵਾ ਜਿਨ੍ਹਾਂ ਨੇ ਪ੍ਰਭੂ ਦੇ ਸਰੂਪ ਨੂੰ ਖੋਜ ਲਿਆ ਹੈ ਉਹਨਾਂ ਨੂੰ ਖੋਜਦਿਆਂ ਮੈਂ ਫਿਰ ਰਿਹਾ। ਅਨੇਕਾਂ ਬਨ ਕਹੀਏ ਜੰਗਲਾਂ ਤੇ ਥਾਨ ਥਾਵਾਂ ਵਿੱਚ ਪ੍ਰਭੂ ਨੂੰ ਲੱਭਦਾ ਫਿਰਦਾ। ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ। ਪ੍ਰਭ ਕਹੀਏ ਪਰਮੇਸ਼ਰ ਅਛਲ ਛਲਣ ਤੋਂ ਰਹਿਤ, ਅਛੇਦ ਕੱਟਣ ਤੋਂ ਰਹਿਤ, ਅਭੇਦ ਭੇਦ ਤੋਂ ਰਹਿਤ ਹੈ। ਐਸੇ ਅਜਿਹੇ ਵਿਸ਼ੇਸ਼ਣਾਂ ਵਾਲਾ ਭਗਵਾਨ ਪਰਮੇਸ਼ਰ ਹੈ। ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ। ਮੈਨੂੰ ਇਹੋ ਹੀ ਇੱਛਾ ਲੱਗੀ ਰਹਿੰਦੀ ਹੈ ਕਿ ਮੈਂ ਆਤਮ ਆਪਣੇ ਮਨ ਦੇ ਰੰਗ ਪ੍ਰੇਮ ਨਾਲ ਕਦੋਂ ਆਪ ਦਾ ਪ੍ਰਭੂ ਪਿਆਰਾ ਦੇਖਣਾ ਕਰਾਂ। ਅਥਵਾ ਪ੍ਰਸ਼ਨ ਸੀ ਕਿ ਮੈਂ ਕਦੋਂ ਆਪਣੇ ਪ੍ਰਭੂ ਦੇ ਸਰੂਪ ਨੂੰ ਦੇਖਣਾ ਕਰਾਂ। ਉੱਤਰ ਹੈ ਕਿ ਆਪਣੇ ਮਨ ਦੇ ਵਿੱਚ ਪ੍ਰਭੂ ਨਾਲ ਰੰਗ ਪ੍ਰੇਮ ਕਰ ਤਦੋਂ ਦੇਖ ਲਵਾਂਗਾ। ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ ਰਹਾਉ। ਉਸ ਜਾਗਣ ਤੋਂ ਤਾਂ ਸੁਪਨਾ ਹੀ ਭਲਾ ਚੰਗਾ ਹੈ ਜਿਸ ਸੁਪਨੇ ਵਿੱਚ ਪ੍ਰਭੂ ਪਿਆਰਾ ਪਰਮੇਸ਼ਰ ਸਾਡੇ ਨਾਲ ਵਸੀਦਾ ਹੈ। ਵਹ ਸੰਸਾਰ ਵਿੱਚ ਜਾਂ ਪਰਮੇਸ਼ਰ ਦੇ ਨਾਲ ਵਸੀਦਾ। ਸੰਸਾਰ ਵਿੱਚ ਮਾਇਆ ਦੀ ਇੱਛਾ ਕਰਕੇ ਜਾਗਣ ਨਾਲੋਂ ਤਾਂ ਸੁਪਨਾ ਭਾਵ ਸਮਾਧੀ ਲਾਉਣੀ ਚੰਗੀ, ਜਿਸ ਕਰਕੇ ਪਰਮੇਸ਼ਰ ਦੇ ਰੰਗ ਸੰਗ ਨਾਲ ਇਸਤਤ ਹੋ ਕੇ ਵਸੇ ਰਹੀਦਾ ਹੈ। ਰਹਾਉ ਵਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰ ਰਹੇ ਆ। ਵਰਨ ਆਸ਼ਰਮ ਸ਼ਾਸਤਰ ਸੁਨੋ ਦਰਸ਼ਨ ਕੀ ਪਿਆਸ। ਖੱਤਰੀ ਬ੍ਰਾਹਮਣ ਵੈਸ਼ ਸੂਦਰ ਚਾਰੇ ਵਰਨ, ਬ੍ਰਹਮਚਰਜ ਗ੍ਰਸਤ ਵਾਨਪ੍ਰਸਥ ਸੰਨਿਆਸ ਚਾਰੇ ਆਸ਼ਰਮਾਂ ਦੇ ਮੱਤਾਂ ਨੂੰ ਵੀ ਸੁਣਿਆ ਹੈ। 6 ਸ਼ਾਸਤਰਾਂ ਦੇ ਸਿਧਾਂਤ ਨੂੰ ਸੁਣਿਆ ਹੈ। ਪਰ ਇਹਨਾਂ ਕਰਤੱਵਾਂ ਨੂੰ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਮੈਨੂੰ ਤਾਂ ਪਰਮੇਸ਼ਰ ਦੇ ਦੀਦਾਰਾਂ ਦੀ ਪਿਆਸ ਤ੍ਰੇਹ ਲੱਗੀ ਹੋਈ। ਰੂਪ ਨਾ ਰੇਖ ਨਾ ਪੰਚ ਤਤ ਠਾਕੁਰ ਅਬਿਨਾਸ਼। ਉਸ ਅਬਿਨਾਸੀ ਨਾਸ਼ ਤੋਂ ਰਹਿਤ ਠਾਕੁਰ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਨਾ ਕੋਈ ਰੂਪ ਆਕਾਰ ਹੈ, ਨਾ ਹੀ ਮਸ਼ਕਸ਼ ਆਦਿ ਅਵਤਾਰਾਂ ਰੂਪੀ ਰੇਖਾ ਲਕੀਰ ਹੈ, ਨਾ ਹੀ ਉਸ ਦਾ ਪੰਜ ਤੱਤਾਂ ਕਰਕੇ ਰਚਿਆ ਹੋਇਆ ਸਰੀਰ ਹੈ। ਉਹ ਸਰੂਪ ਸੰਤਨ ਕਹਿ ਹੈ ਵਿਰਲੇ ਜੋਗੀਸਰ। ਉਹ ਨਿਰਗੁਣ ਸਰੂਪ ਸ਼ਾਂਤ ਚਿਤ ਮਹਾਤਮਾ ਜਨ ਹੀ ਕਹਿ ਹੈ ਭਾਵ ਕਥਨ ਕਰਦੇ ਹਨ। ਪਰ ਐਸੇ ਜੋਗੀਸਰ ਜੋਗੀਆਂ ਦੇ ਈਸ਼ਵਰ ਬ੍ਰਹਮਾਕਾਰ ਬਿਰਤੀ ਵਾਲੇ ਮਹਾਤਮਾ ਜਨ ਵਿਰਲੇ ਟਾਵੇਂ ਟਾਵੇਂ ਹੀ ਹਨ। ਅਥਵਾ ਐਸੇ ਵਿਰਲੇ ਹੀ ਗੁਰੂ ਰੂਪੀ ਜੋਗੀ ਹਨ ਜੋ ਸੰਤ ਜਨਾਂ ਤਾਈਂ ਉਸ ਨਿਰਗੁਣ ਆਨੰਦ ਸਰੂਪ ਨੂੰ ਕਥਨ ਕਰਕੇ ਦੱਸਦੇ ਆ। ਕਰ ਕਿਰਪਾ ਜਾ ਕੋ ਮਿਲੇ ਧਨ ਧਨ ਤੇ ਈਸਰ। ਜਿਨ੍ਹਾਂ ਨੂੰ ਪ੍ਰਭੂ ਜੀ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਮਿਲੇ ਹਨ ਉਹ ਪੁਰਖ ਧਨਤਾ ਦੇ ਜੋਗ ਅਤੇ ਈਸਰ ਪਰਮੇਸ਼ਰ ਦਾ ਸਰੂਪ ਹੀ ਹਨ। ਸੋ ਅੰਤਰ ਸੋ ਬਾਹਰੇ ਬਿਨਸੇ ਤਹਿ ਭਰਮਾ। ਉਹੀ ਹਰੀ ਸੰਸਾਰ ਦੇ ਅੰਦਰ ਹੈ ਅਤੇ ਉਹੀ ਸੰਸਾਰ ਦੀ ਲਪਾਏ ਮਾਨਤਾ ਤੋਂ ਬਾਹਰੇ ਵੱਖਰਾ ਹੈ। ਵਾ ਉਹੀ ਜੀਵਾਂ ਦੇ ਅੰਦਰ ਵਸਦਾ ਅਤੇ ਉਹੀ ਬਾਹਰ ਸੰਸਾਰ ਵਿੱਚ ਵਿਆਪਕ ਹੈ। ਵਾ ਸਭ ਦੇ ਪਾਪਾਂ ਪੁੰਨਾਂ ਤੋਂ ਰਹਿਤ ਹੈ। ਜਿਨ੍ਹਾਂ ਨੇ ਐਸਾ ਨਿਸ਼ਚੇ ਕੀਤਾ ਉਸ ਦੇ ਸਾਰੇ ਭਰਮਾਂ ਕਹੀਏ ਭਰਮ ਸੰਸੇ ਆਦਿ ਨਾਸ਼ ਹੋ ਗਏ। ਨਾਨਕ ਤਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ। ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਕਿ ਉਸ ਪੁਰਸ਼ ਨੂੰ ਹੀ ਪ੍ਰਭੂ ਪਰਮੇਸ਼ਰ ਭੇਟਿਆ ਮਿਲਿਆ ਜਿਸ ਦੇ ਪੂਰੇ ਨਿਸ਼ਕਾਮ ਕਰਮ ਵਾ ਜਿਸ ਉੱਪਰ ਪਰਮੇਸ਼ਰ ਨੇ ਪੂਰਨ ਕਰਮਾਂ ਕਿਰਪਾ ਕੀਤੀ ਹੈ। ਬਿਲਾਵਲ ਮਹੱਲਾ ਪੰਜਵਾ। ਜਿਸ ਵਕਤ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਸੰਪੂਰਨ ਹੋ ਗਈ ਸੀ ਉਸ ਸਮੇਂ ਸਤਿਗੁਰੂ ਜੀ ਖੁਸ਼ੀ ਵਿੱਚ ਗੁਰਾਂ ਦੀ ਬਖਸ਼ਿਸ਼ ਜਨਾਉਂਦੇ ਹੋਏ ਇਹ ਪਾਵਨ ਸ਼ਬਦ ਉਚਾਰਨ ਕਰਦੇ ਆ। ਜੀ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ। ਹੇ ਭਾਈ, ਪਰਮੇਸ਼ਰ ਦਾ ਪ੍ਰਤਾਪ ਤੇਜ ਪ੍ਰਭਾਵ ਵੇਖ ਕਰਕੇ
ਸਾਰੇ ਸੂਖਮ ਅਸਥੂਲ ਛੋਟੇ ਵੱਡੇ ਜੀਵ ਜੰਤ ਭਲੀ ਪ੍ਰਕਾਰ ਖੁਸ਼ ਹੋਏ ਹਨ। ਕਰਜ਼ ਉਤਾਰਿਆ ਸਤਿਗੁਰੂ ਕਰ ਆਹਰ ਆਪ। ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਹੀ ਆਹਰ ਉਦਮ ਕਰਕੇ ਹਰਿਮੰਦਰ ਸਾਹਿਬ ਰਚਨ ਅੰਮ੍ਰਿਤਸਰ ਸਾਹਿਬ ਸਰੋਵਰ ਸਾਹਿਬ ਨੂੰ ਪੱਕਾ ਕਰਾਉਣ ਦਾ ਹੁਕਮ ਰੂਪੀ ਕਰਜ਼ ਕਹੀਏ ਰਿਣ ਉਤਾਰਿਆ ਲਾ ਦਿੱਤਾ ਹੈ। ਅਥਵਾ ਸਤਿਗੁਰੂ ਸਾਹਿਬ ਜੀ ਨੇ ਆਪ ਹੀ ਗੁਰਸਿੱਖਾਂ ਨੂੰ ਨਾਮ ਸਿਮਰਨ ਦਾ ਉਦਮ ਬਖਸ਼ਣਾ ਕੀਤਾ ਅਤੇ ਪ੍ਰੇਮਾ ਭਗਤੀ ਬਖਸ਼ ਕੇ ਗੁਰਸਿੱਖਾਂ ਦੇ ਸਿਰ ਤੋਂ ਲੋਕ ਦੰਡ, ਰਾਜ ਦੰਡ, ਦੇਵ ਦੰਡ, ਇਹ ਪਿੱਤਰ ਦੰਡ ਆਦਿ ਦਾ ਸਭ ਕਰਜ਼ਾ ਉਲਾਹ ਦਿੱਤਾ, ਉਤਾਰ ਦਿੱਤਾ। ਖਾਤ ਖਰਚਿਤ ਨਿਭਤ ਰਹਿ ਗੁਰ ਸ਼ਬਦ ਅਖੂਟ। ਸਤਿਗੁਰੂ ਸਾਹਿਬ ਜੀ ਸ਼ਬਦ ਉਪਦੇਸ਼ ਨਾਮ ਅਖੂਟ ਨਾਮ ਮੁੱਕਣ ਵਾਲਾ ਖਜ਼ਾਨਾ ਹੈ, ਜਿਸ ਨੂੰ ਗੁਰਮੁਖ ਜਨ ਆਪ ਖਾਂਦੇ ਹਨ। ਜਪਦੇ ਹੋਰਨਾਂ ਤਾਈਂ ਖਰਚਦੇ ਜਪਾਉਂਦੇ ਆ, ਆਪਣਾ ਨਿਭਤ ਨਿਰਬਾਹ ਕਰਦੇ ਰਹਿੰਦੇ। ਪੂਰਨ ਭਈ ਸਮੱਗਰੀ ਕਬਹੂ ਨਹੀਂ ਟੂਟ ਰਹਾਉ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੇਵਾ ਰੂਪੀ ਗੁਰਸਿੱਖਾਂ ਨੂੰ ਭਾਵ ਭਗਤੀ ਬ੍ਰਹਮ ਗਿਆਨ ਦੀ ਸਮੱਗਰੀ ਭਾਵ ਚੀਜ਼ ਵਸਤ ਸਾਰੀ ਪੂਰੀ ਹੋ ਗਈ ਹੈ ਅਤੇ ਇਸ ਦਾ ਕਬਹੂ ਕਦੇ ਵੀ ਟੋਟਾ ਘਾਟਾ ਨਹੀਂ ਆਉਂਦਾ ਰਹਾਉ। ਵਿਸਰਾਮ ਦੇ ਕੇ ਫਰਮਾਰੇ ਆ, ਸਾਧ ਸੰਗ ਆਰਾਧਨਾ ਹਰ ਨਿਧ ਆਪਾਰ। ਹੇ ਭਾਈ, ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਜੋ ਪਰਮੇਸ਼ਰ ਦਾ ਨਾਮ ਆਰਾਧਨਾ ਸਿਮਰਨਾ ਹੈ, ਇਹ ਪਰਮੇਸ਼ਰ ਦਾ ਆਪਾਰ ਬੇਅੰਤ ਨਿਧ ਖਜ਼ਾਨਾ ਹੈ। ਵਾ ਆਪਾਰ ਹਰੀ ਦੀ ਪ੍ਰਾਪਤੀ ਕਰਾਉਣ ਵਾਲਾ ਖਜ਼ਾਨਾ ਹੈ। ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ। ਆਪਣੇ ਸੇਵਕਾਂ ਨੂੰ ਧਰਮ ਅਰਥ ਪਦਾਰਥ ਅਰ ਅਤੇ ਕਾਮ ਕਾਮਨਾਵਾਂ ਮੋਖ ਮੁਕਤੀ ਦੇਤੇ ਤੋਂ ਭਾਵ ਦਿੰਦਿਆਂ ਦੇਣ ਲੱਗਿਆਂ ਪਰਮੇਸ਼ਰ ਨੂੰ ਬਾਹਰ ਦੇਰੀ ਨਹੀਂ ਲੱਗਦੀ। ਭਗਤ ਅਰਾਧ ਹੈ ਏਕ ਸੰਗ ਗੋਬਿੰਦ ਗੋਪਾਲ। ਗੋਬਿੰਦ ਕਹੀਏ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਗੋਪਾਲ ਪਰਮੇਸ਼ਰ ਨੂੰ ਸੇਵਕ ਜਨ ਇੱਕ ਰਸ ਪ੍ਰੇਮ ਵਿੱਚ ਭਿੱਜ ਕੇ ਅਰਾਧਿਆ ਸਿਮਰਦੇ ਆ। ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ। ਰਾਮ ਪਰਮੇਸ਼ਰ ਦੇ ਨਾਮ ਰੂਪੀ ਧਨ ਰੋਕੜੀ ਨੂੰ ਸੰਤ ਜਨਾਂ ਨੇ ਇਤਨਾ ਸੰਚਿਆ ਇਕੱਤਰ ਕੀਤਾ ਹੈ, ਜਿਸ ਦਾ ਸੁਮਾਰ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਭਾਵ ਅਣਗਿਣਤ ਖਜ਼ਾਨਾ ਹੈ। ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ। ਹੇ ਪ੍ਰਭੂ ਪਿਆਰੇ ਪਰਮੇਸ਼ਰ, ਅਸੀਂ ਤੇਰੀ ਸ਼ਰਨ ਓਟ ਵਿੱਚ ਪਏ ਹਾਂ। ਹੇ ਪ੍ਰਭ ਪਰਮੇਸ਼ਰ, ਅਸੀਂ ਆਪ ਜੀ ਦੀ ਹੀ ਵਡਿਆਈ ਮਹਿਮਾ ਕਰਦੇ ਹਾਂ। ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਬੇਅੰਤ ਅੰਤ ਤੋਂ ਰਹਿਤ ਸਭ ਦੇ ਗੁਸਾਈ ਮਾਲਕ ਪ੍ਰਭੂ ਤੇਰਾ ਓੜਕ ਨਹੀਂ ਪਾ ਸਕੀਦਾ। ਬਿਲਾਵਲ ਮਹੱਲਾ ਪੰਜਵਾ। ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪਏ ਰਾਸ। ਸਿਮਰਨੇ ਜੋਗ ਪੂਰਨ ਵਿਆਪਕ ਪ੍ਰਭੂ ਪਰਮੇਸ਼ਰ ਨੂੰ ਮਨ ਬਾਣੀ ਸਰੀਰ ਦੁਆਰਾ ਸਿਮਰ ਜਾਦ ਕਰਕੇ ਜੀਵਨ ਮੁਕਤੀ ਬ੍ਰਹਮ ਗਿਆਨ ਆਦਿ ਸਾਰੇ ਕੰਮ ਰਾਸ ਸਫਲ ਪੂਰਨ ਹੋ ਗਏ ਹਨ। ਕਰਤਾਰਪੁਰ ਕਰਤਾ ਬਸੈ ਸੰਤਨ ਕੈ ਪਾਸ ਰਹਾਉ। ਪ੍ਰਤੱਖ ਰਾਵੀ ਦੇ ਕਿਨਾਰੇ ਕਰਤਾਰਪੁਰ ਸਾਹਿਬ ਕਰਤਾ ਰਚਨਹਾਰ ਪ੍ਰਭੂ ਗੁਰੂ ਨਾਨਕ ਰੂਪ ਹੋ ਕਰਕੇ ਵਸ ਰਿਹਾ। ਵਾ ਕਰਤਾਰ ਪਰਮੇਸ਼ਰ ਦੀ ਸਾਧ ਸੰਗਤ ਰੂਪੀ ਪੁਰ ਨਗਰੀ ਵਿੱਚ ਰਚਨਹਾਰ ਪ੍ਰਭੂ ਆਪ ਵਸਦਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਅਤੇ ਸੰਤਨ ਸੰਤ ਜਨਾਂ ਦੇ ਪਾਸ ਕੋਲ ਭਾਵ ਅੰਗ ਸੰਗ ਰਹਿੰਦਾ ਹੈ। ਬਿਗਨ ਨ ਕੋ ਲਾਗਤਾ ਗੁਰ ਪੈ ਅਰਦਾਸ। ਵਿਸਰਾਮ ਦੇ ਕੇ ਫਰਮਾਉਂਦੇ ਕਿ ਉਹਨਾਂ ਪੁਰਸ਼ਾਂ ਨੂੰ ਕੋਈ ਵੀ ਰਾਗ ਦੁਐਖ ਆਦਿ ਦਾ ਵਿਘਨ ਨਹੀਂ ਲੱਗਦਾ ਜੋ ਗੁਰੂ ਸਾਹਿਬ ਜੀ ਦੇ ਪਾਸ ਅਰਦਾਸ ਬੇਨਤੀ ਕਰਦੇ ਆ। ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਗੋਬਿੰਦ ਕਹੀਏ ਪ੍ਰਿਥਵੀ ਦਾ ਪਾਲਕ ਰਾਏ ਪ੍ਰਕਾਸ਼ਕ ਪ੍ਰਭੂ ਆਪਣੇ ਸੰਤ ਜਨਾਂ ਦਾ ਰੱਖਿਆ ਕਰਨ ਵਾਲਾ ਹੈ ਅਤੇ ਭਗਤਨ ਸੇਵਕਾਂ ਦੀ ਸ਼ਰਧਾ ਰੂਪੀ ਰਾਸ ਪੂਜੀ ਹੈ। ਟੋਟ ਨ ਆਵੈ ਕਦੇ ਮੂਲ ਪੂਰਨ ਭੰਡਾਰ। ਭਗਤ ਜਨਾਂ ਨੂੰ ਕਦਾ ਚਿੱਤ ਵੀ ਮੂਲ ਉੱਕਾ ਹੀ ਟੋਟ ਘਾਟਾ ਨਹੀਂ ਆਉਂਦਾ। ਉਹਨਾਂ ਦੇ ਹਿਰਦੇ ਰੂਪੀ ਭੰਡਾਰੇ ਸ਼ੁਭ ਗੁਣਾਂ ਨਾਲ ਪੂਰਨ ਲਬਾਲਬ ਭਰੇ ਹੋਏ।
ਚਰਨ ਕਮਲ ਮਨ ਤਨ ਬਸੇ, ਪ੍ਰਭ ਅਗਮ ਅਪਾਰ। ਅਗਮ ਗਮਤਾ ਤੋਂ ਰਹਿਤ, ਅਪਾਰ ਬੇਅੰਤ ਪ੍ਰਭ ਪਰਮੇਸ਼ਰ ਦੇ। ਪੂਜਨੀਕ ਚਰਨ ਕਮਲ ਉਹਨਾਂ ਭਗਤ ਜਨਾਂ ਦੇ ਮਨ ਹਿਰਦੇ ਤੇ ਤਨ ਸਰੀਰ ਵਿੱਚ ਵਸਦੇ ਰਹਿੰਦੇ ਆ। ਬਸਤ ਕਮਾਵਤ ਸਭ ਸੁਖੀ, ਕਿਛ ਊਨ ਨਾ ਦੀਸੈ। ਜਿਹੜੇ ਵੀ ਨਾਮ ਰੂਪੀ ਬਸਤ ਵਸਤੂ ਨੂੰ ਕਮਾਉਂਦੇ ਆ, ਜਿਨ੍ਹਾਂ ਦੇ ਚਿੱਤ ਵਿੱਚ ਵਾਹਿਗੁਰੂ ਵਸਦਾ, ਉਹ ਸਾਰੇ ਸੁੱਖ ਦੇ ਸਹਿਤ ਰਹਿੰਦੇ ਅਤੇ ਉਹਨਾਂ ਨੂੰ ਕੁਝ ਵੀ ਊਣਤਾਈ ਨਹੀਂ ਦੇਖਦੇ। ਸੰਤ ਪ੍ਰਸਾਦ ਭੇਟੇ ਪ੍ਰਭੂ, ਪੂਰਨ ਜਗ ਦੀਸੈ। ਸ਼ਾਂਤ ਚਿੱਤ ਗੁਰਮੁਖਾਂ ਵਾ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਭੂ ਪਰਮੇਸ਼ਰ ਜੀ ਭੇਟੇ ਮਿਲ ਪੈਂਦੇ ਵਾ ਪਰਮੇਸ਼ਰ ਨਾਲ ਜਗਿਆਸੂ ਮਿਲ ਜਾਂਦੇ, ਜੋ ਪਰਮੇਸ਼ਰ ਸਭ ਥਾਂ ਪੂਰਨ ਵਿਆਪਕ ਅਤੇ ਜਗਦੀਸੈ ਜਗਤ ਦਾ ਈਸ਼ਵਰ ਹੈ। ਜੈ ਜੈਕਾਰ ਸਭੈ ਕਰਹਿ, ਸਚ ਥਾਨ ਸੁਹਾਇਆ। ਸਾਰੇ ਲੋਕ ਉਹਨਾਂ ਭਗਤ ਜਨਾਂ ਦੀ ਜੈ ਜੈਕਾਰ ਕਰਦੇ ਹਨ, ਕਿਉਂਕਿ ਉਹਨਾਂ ਭਗਤਾਂ ਨੂੰ ਸੱਚਾ ਅਤੇ ਸੁਹਾਇਆ ਸ਼ੋਭਨੀਕ ਸਾਧ ਸੰਗਤ ਰੂਪੀ ਅਸਥਾਨ ਪ੍ਰਾਪਤ ਹੋਇਆ। ਜਪ ਨਾਨਕ ਨਾਮ ਨਿਧਾਨ ਸੁਖ, ਪੂਰਾ ਗੁਰ ਪਾਇਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੇ ਨਿਧਾਨ ਖਜ਼ਾਨੇ ਨੂੰ ਜਪਿਆ, ਉਹਨਾਂ ਨੂੰ ਆਤਮਿਕ ਸੁਖ ਪ੍ਰਾਪਤ ਹੋਇਆ ਹੈ ਅਤੇ ਉਹਨਾਂ ਨੇ ਹੀ ਪੂਰਨ ਗੁਰੂ ਸਾਹਿਬ ਜੀ ਨੂੰ ਪ੍ਰਾਪਤ ਕੀਤਾ ਹੈ। ਬਿਲਾਵਲ ਮਹੱਲਾ ਪੰਜਵਾ। ਹਰ 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 ਆਰਾਧੀਐ, ਹੋਈਐ ਆਰੋਗ। ਹੇ ਭਾਈ, ਹਰੇਕ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਨੂੰ ਆਰਾਧੀਐ, ਸਿਮਰਨਾ ਕਰੀਏ, ਫਿਰ ਪ੍ਰਤੱਖ ਵਾ ਕਾਮ ਕ੍ਰੋਧ ਆਦਿ ਰੋਗਾਂ ਤੋਂ ਰਹਿਤ ਹੋ ਜਾਈਦਾ ਹੈ। ਰਾਮਚੰਦ ਕੀ ਲਸਟਿਕਾ, ਜਿਨ ਮਾਰਿਆ ਰੋਗ ਰਹਾਉ। ਦੇਖੋ, ਰਾਮਚੰਦ ਨਾਮੇ ਬ੍ਰਾਹਮਣ ਦੀ ਲਸਟਿਕਾ ਸੋਟੀ ਨੇ ਜਿਸ ਪ੍ਰਹਿਲਾਦ ਦਾ ਹੰਕਾਰ ਰੂਪੀ ਰੋਗ ਮਾਰਨਾ ਕੀਤਾ ਹੈ, ਜਿਸ ਸਮੇਂ ਵਿਸ਼ਨੂੰ ਜੀ ਨੇ ਨਰਸਿੰਘ ਰੂਪ ਵਿੱਚ ਹਰਨਾਕਸ਼ ਨੂੰ ਮਾਰ ਕੇ ਪ੍ਰਹਿਲਾਦ ਭਗਤ ਨੂੰ ਉਸਦੇ ਪਿਤਾ ਦੀ ਰਾਜਗੱਦੀ ਦੇ ਦਿੱਤੀ ਸੀ, ਉਸ ਸਮੇਂ ਨਰਸਿੰਘ ਅਵਤਾਰ ਆਪ ਅਲੋਪ ਹੋ ਗਿਆ ਤੇ ਪ੍ਰਹਿਲਾਦ ਭਗਤ ਰਾਜ ਕਰਨ ਲੱਗ ਪਿਆ। ਕੁਝ ਸਮਾਂ ਬਤੀਤ ਹੋ ਜਾਣ 'ਤੇ ਦੈਂਤਾਂ ਨੇ ਪ੍ਰਹਿਲਾਦ ਭਗਤ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸਲ ਵਿੱਚ ਲਾਇਕ ਪੁੱਤਰ ਉਹੀ ਹੁੰਦਾ ਜੋ ਆਪਣੇ ਬਾਪ ਦਾ ਬਦਲਾ ਲਵੇ। ਇਸ ਪ੍ਰਕਾਰ ਪ੍ਰਹਿਲਾਦ ਉੱਪਰ ਕੁਸੰਗਤ ਦਾ ਅਸਰ ਹੋ ਗਿਆ। ਦੈਂਤ ਕਹਿਣ ਲੱਗੇ ਕਿ ਤੁਹਾਡੇ ਪਿਤਾ ਨੂੰ ਵਿਸ਼ਨੂੰ ਨੇ ਭਰੀ ਸਭਾ ਵਿੱਚ ਮਾਰਨਾ ਕੀਤਾ ਹੈ, ਤੁਹਾਨੂੰ ਆਪਣੇ ਪਿਤਾ ਦਾ ਬਦਲਾ ਲੈਣਾ ਚਾਹੀਦਾ। ਇਹ ਸੁਣ ਕੇ ਪ੍ਰਹਿਲਾਦ ਉਹਨਾਂ ਦੀ ਸੰਮਤੀ ਵਿੱਚ ਆ ਗਿਆ ਅਤੇ ਸਾਰੀ ਫੌਜ ਨੂੰ ਤਿਆਰ ਕਰਕੇ ਭਗਵਾਨ ਨਾਲ ਜੰਗ ਕਰਨ ਲਈ ਚੜ੍ਹਾਈ ਕਰ ਦਿੱਤੀ। ਉੱਧਰ ਭਗਵਾਨ ਨੇ ਸੋਚਿਆ ਕਿ ਮੇਰੇ ਭਗਤ ਨੂੰ ਕੁਸੰਗਤ ਦੇ ਅਸਰ ਕਰਕੇ ਹੰਕਾਰ ਹੋ ਗਿਆ, ਇਸ ਲਈ ਉਸ ਦੇ ਹੰਕਾਰ ਦੀ ਨਿਵਰਤੀ ਕਰਨੀ ਚਾਹੀਦੀ। ਇਹ ਵਿਚਾਰ ਕਰਕੇ ਭਗਵਾਨ ਜੀ ਇੱਕ ਰਾਮਚੰਦ ਨਾਮੇ ਬਿਰਧ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਹੱਥ ਵਿੱਚ ਸੋਟੀ ਫੜ ਕੇ ਪ੍ਰਹਿਲਾਦ ਦੇ ਰਸਤੇ ਵਿੱਚ ਖੜ੍ਹ ਗਏ। ਬਿਰਧ ਬ੍ਰਾਹਮਣ ਦੇ ਰੂਪ ਵਿੱਚ ਭਗਵਾਨ ਨੇ ਪ੍ਰਹਿਲਾਦ ਨੂੰ ਪੁੱਛਿਆ ਕਿ ਹੇ ਰਾਜਨ, ਤੁਸੀਂ ਫੌਜਾਂ ਸਮੇਤ ਕਿੱਥੇ ਜਾ ਰਹੇ ਹੋ? ਤਾਂ ਪ੍ਰਹਿਲਾਦ ਨੇ ਕਿਹਾ ਕਿ ਵਿਸ਼ਨੂੰ ਭਗਵਾਨ ਨੇ ਮੇਰੇ ਪਿਤਾ ਨੂੰ ਮਾਰ ਦਿੱਤਾ ਸੀ, ਮੈਂ ਉਸ ਕੋਲੋਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਜਾ ਰਿਹਾ। ਬਿਰਧ ਬ੍ਰਾਹਮਣ ਨੇ ਕਿਹਾ, ਉਸ ਭਗਵਾਨ ਨੇ ਮੇਰੇ ਪਿਤਾ ਨੂੰ ਵੀ ਮਾਰਨਾ ਕੀਤਾ ਹੈ, ਮੈਂ ਵੀ ਉਸ ਕੋਲੋਂ ਬਦਲਾ ਲੈਣਾ ਚਾਹੁੰਦਾ, ਮੈਨੂੰ ਵੀ ਤੁਸੀਂ ਨਾਲ ਹੀ ਲੈ ਚੱਲੋ। ਪ੍ਰਹਿਲਾਦ ਨੇ ਕਿਹਾ ਕਿ ਚਲੋ ਜੀ, ਤੁਹਾਨੂੰ ਅਸੀਂ ਆਪਣੇ ਨਾਲ ਹੀ ਲੈ ਚੱਲਦੇ ਹਾਂ। ਜਦੋਂ ਤੁਰਨ ਲੱਗੇ ਤਾਂ ਬ੍ਰਾਹਮਣ ਰੂਪ ਵਿੱਚ ਭਗਵਾਨ ਨੇ ਆਪਣੇ ਹੱਥ ਵਿੱਚ ਫੜੀ ਸੋਟੀ ਹੇਠਾਂ ਸੁੱਟ ਦਿੱਤੀ ਅਤੇ ਪ੍ਰਹਿਲਾਦ ਨੂੰ ਕਿਹਾ ਕਿ ਮੇਰਾ ਸਰੀਰ ਬਿਰਧ ਹੈ, ਤੁਸੀਂ ਕਿਰਪਾ ਕਰਕੇ ਆਪਣੇ ਕਿਸੇ ਸੈਨਿਕ ਨੂੰ ਕਹਿ ਕੇ ਮੇਰੀ ਸੋਟੀ ਚੁੱਕ ਕੇ ਮੈਨੂੰ ਫੜਾ ਦਿਓ। ਤਦ ਪ੍ਰਹਿਲਾਦ ਨੇ ਆਪਣੇ ਇੱਕ ਦੋ ਸਿਪਾਹੀਆਂ ਨੂੰ ਬਿਰਧ ਬ੍ਰਾਹਮਣ ਦੀ ਸੋਟੀ ਚੁੱਕਣ ਲਈ ਕਿਹਾ, ਪਰ ਉਹਨਾਂ ਕੋਲੋਂ ਸੋਟੀ ਨਾ ਚੁੱਕੀ ਗਈ। ਫਿਰ ਹੋਰ ਵੱਡੇ ਵੱਡੇ ਸੂਰਮੇ ਉਸ ਸੋਟੀ ਨੂੰ ਚੁੱਕਣ ਲਈ ਆਏ, ਪਰ ਉਹ ਸੋਟੀ ਕਿਸੇ ਕੋਲੋਂ ਵੀ ਚੁੱਕੀ ਨਾ ਜਾਵੇ। ਫਿਰ ਪ੍ਰਹਿਲਾਦ ਆਪ ਸੋਟੀ ਨੂੰ ਚੁੱਕਣ ਲਈ ਆਇਆ, ਪਰ ਉਸ ਕੋਲੋਂ ਵੀ ਉਹ ਨਿੱਕੀ ਜਿਹੀ ਸੋਟੀ ਚੁੱਕੀ ਨਾ ਗਈ। ਤਦ ਭਗਵਾਨ ਰੂਪ ਵਿੱਚ ਉਸ ਬਿਰਧ ਬ੍ਰਾਹਮਣ ਨੇ ਪ੍ਰਹਿਲਾਦ ਨੂੰ ਕਿਹਾ ਕਿ ਹੇ ਰਾਜਨ, ਤੁਹਾਡੀ ਸਾਰੀ ਸੈਨਾ ਕੋਲੋਂ ਮੇਰੀ ਨਿੱਕੀ ਜਿਹੀ ਸੋਟੀ ਨਹੀਂ ਚੁੱਕੀ ਗਈ, ਫਿਰ ਤੁਸੀਂ ਉਸ ਬਲੀ ਭਗਵਾਨ ਨਾਲ ਜੰਗ ਕਿਵੇਂ ਕਰ ਸਕਦੇ ਹੋ? ਇਹ ਸੁਣ ਕੇ ਪ੍ਰਹਿਲਾਦ ਦਾ ਹੰਕਾਰ ਟੁੱਟ ਗਿਆ। ਤਦੋਂ ਭਗਵਾਨ ਨੇ ਸਾਖਿਆਤ ਹੋ ਕੇ ਪ੍ਰਹਿਲਾਦ ਨੂੰ ਦਰਸ਼ਨ ਦਿੱਤੇ ਅਤੇ ਆਪਣੇ ਕੰਠ ਨਾਲ ਲਗਾ ਲਿਆ ਸੀ।
ਅਥਵਾ ਰਾਮ ਚੰਦ ਰਾਮ ਰਮੇ ਹੋਏ ਤੇ ਚੰਦ ਪ੍ਰਕਾਸ਼ ਰੂਪ ਪਰਮੇਸ਼ਰ ਦੀ ਭਗਤੀ ਰੂਪੀ ਲਸਟਕਾ ਹੁੰਦੀ ਲਾਠੀ ਇਤਨੀ ਬੜੀ ਹੈ ਕਿ ਜਿਸ ਨੇ ਵੀ ਅਗਿਆਨ ਜੰਮਣ ਮਰਨ ਦੇ ਰੋਗ ਨੂੰ ਮਾਰਿਆ ਨਿਵਰਤ ਕਰ ਦਿੱਤਾ ਹੈ। ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰ ਰਿਹਾ। ਗੁਰ ਪੂਰਾ ਹਰ ਜਾਪੀਐ ਨਿਤ ਕੀਚੈ ਭੋਗ। ਹੇ ਭਾਈ, ਪੂਰਨ ਗੁਰਾਂ ਦੁਆਰਾ ਪਰਮੇਸ਼ਰ ਨੂੰ ਜਪਣਾ ਕਰੀਏ, ਤਦੋਂ ਹੀ ਨਿਤਾ ਪ੍ਰਤੀ ਦੇ ਆਨੰਦ ਨੂੰ ਭੋਗ ਮਾਨਣਾ ਕਰੀਦਾ ਵਾ ਮਨ ਤਨ ਅਰਪਣ ਰੂਪ ਭੋਗ ਲਵਾਉਣਾ ਚਾਹੀਦਾ। ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ। ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੇ ਉੱਪਰੋਂ ਵਾਰਣੈ ਬਲਹਾਰ ਜਾਣਾ ਕਰੀਏ, ਜਿਸ ਕਰਕੇ ਪਰਮੇਸ਼ਰ ਦੇ ਸੰਜੋਗ ਮਿਲਾਪ ਨਾਲ ਮਿਲਿਆ ਜਾਂਦਾ ਵਾ ਸੰਗਤ ਦਾ ਮਿਲਾਪ ਪੂਰਬਲੇ ਪੁੰਨਾਂ ਦੇ ਸੰਜੋਗ ਕਰਕੇ ਮਿਲਦਾ। ਜਿਸ ਸਿਮਰਤ ਸੁਖ ਪਾਈਐ ਬਿਨਸੈ ਬਿਯੋਗ। ਜਿਸ ਪ੍ਰਭੂ ਦੇ ਨਾਮ ਨੂੰ ਸਿਮਰਦਿਆਂ ਆਤਮਿਕ ਸੁਖ ਆਨੰਦ ਪਾ ਲਈਦਾ ਹੈ ਅਤੇ ਪ੍ਰਭੂ ਨਾਲੋਂ ਜਨਮਾਂ ਜਨਮਾਤਰਾਂ ਦਾ ਪਿਆ ਹੋਇਆ ਵਿਯੋਗ ਵਿਛੋੜਾ ਨਾਸ਼ ਹੋ ਜਾਂਦਾ ਹੈ। ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਪ੍ਰਭ ਪਰਮੇਸ਼ਰ ਦੀ ਸਰਣਾਗਤੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ ਹਾਂ, ਜੋ ਸਾਰੀ ਸ੍ਰਿਸ਼ਟੀ ਨੂੰ ਉਤਪੰਨ ਕਰਨ ਵਾਲਾ ਤੇ ਕਾਰਨ ਰੂਪ ਹੈ ਵਾ ਸਭ ਕਾਰਜਾਂ ਦੇ ਕਰਨ ਯੋਗ ਲਾਇਕ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।